ਪਾਦਰੀ ਸ਼ੌਕਤ ਸਾਹਿਬ ਨੇ ਇਹਨਾਂ ਨੂੰ ਬਾਹਰ ਲਿਆ ਪੁੱਛਿਆ ਸੀ ਪਾਕਿਸਤਾਨ ਦੇ ਵਿੱਚ ਹੀ ਮਹਿਫੂਜ਼ ਹੋ ਤੇ ਪਾਦਰੀ ਸ਼ੌਕਤ ਸਾਹਿਬ ਦੀ ਸਾਰੀ ਵੀਡੀਓ ਵੇਖੀ ਹੋਣੀ ਹੈ। ਪਾਦਰੀ ਸ਼ੌਕਤ ਸਾਹਿਬ ਨੇ ਕਿਹਾ ਇੰਜ ਹੀ ਸੇਫ ਆ ਇੱਥੇ, ਠੀਕ ਹੈ, ਅਸੀਂ ਬਹੁਤ ਸੇਫ ਹਾਂ। ਐਸੇ ਦੁਨੀਆ ਦੇ ਕੋਈ ਮੁਲਕ ਨਹੀਂ ਜਿੱਥੇ ਕ੍ਰਿਸਚਨ ਨਹੀਂ ਸੇਫ, ਇੱਥੇ ਸੇਫ ਨੇ ਪਾਕਿਸਤਾਨ ਦੇ ਵਿੱਚ। ਇਹ ਵੇਖ ਲਓ ਸੇਫ ਜੇ, ਇਹਨੂੰ ਮਾਰ ਦਿੱਤਾ ਗਿਆ ਜੇ ਤੇ ਧਮਕੀਆਂ ਹਲੇ ਹੋਰ ਲੱਗਦੀਆਂ ਨੇ ਪਈਆਂ। ਇਹ ਪਾਦਰੀ ਸ਼ੌਕਤ ਸਾਹਿਬ ਵੀਡੀਓ ਤੱਕ ਜਾਣੀ ਚਾਹੀਦੀ, ਇਹ ਸੇਫ ਜੀ। ਅਸੀਂ ਸਾਡਾ ਜਿਹੜਾ ਕਮਾਉਣ ਵਾਲਾ ਮੁੰਡਾ ਉਹਨੂੰ ਮਾਰ ਦਿੱਤਾ ਗਿਆ। ਉਹ ਅਮਰੀਕਾ ਬੈਠੇ ਨੇ ਤਾਂ ਸੇਫ ਆਪੀ ਦੇ ਮੁਲਕ ਉਹ ਤਾਂ ਅਮਰੀਕਾ ਬੈਠੇ ਨੇ ਨਾ ਪਾਦਰੀ ਸ਼ੌਕਤ ਸਾਹਿਬ, ਉਹ ਇਸ ਲਈ ਸੇਫ ਨੇ। ਉਹ ਵੀ ਸਾਡੇ ਗੁਰੂ ਪਿੰਡਾਂ 'ਚ ਹੋਣ ਤੇ ਇੱਥੇ ਪਾਕਿਸਤਾਨ 'ਚ ਹੋਣ ਤੇ ਪਿੰਡਾਂ ਦੇ ਵਿੱਚ ਰਹਿੰਦੇ ਹੋਣ ਤੇ ਫਿਰ ਪਤਾ ਲੱਗਦਾ ਕਿੰਨੇ ਕੁ ਸੇਫ ਨੇ। ਉਹ ਤਾਂ ਅਮਰੀਕਾ ਬੈਠੇ ਨੇ ਨਾ ਪਾਦਰੀ ਸ਼ੌਕਤ ਸਾਹਿਬ, ਉਹ ਇਸ ਲਈ ਸੇਫ ਨੇ। ਉਹ ਵੀ ਸਾਡੇ ਗੁਰੂ ਪਿੰਡਾਂ 'ਚ ਹੋਣ ਤੇ ਇੱਥੇ ਪਾਕਿਸਤਾਨ 'ਚ ਹੋਣ ਤੇ ਪਿੰਡਾਂ ਦੇ ਵਿੱਚ ਰਹਿੰਦੇ ਹੋਣ ਤੇ ਫਿਰ ਪਤਾ ਲੱਗਦਾ ਕਿੰਨੇ ਕੁ ਸੇਫ ਨੇ। ਮੈਂ ਨਾਲ ਦਾ ਪਿੰਡ ਹੈ ਬਹੁ ਚੱਕ, ਠੀਕ ਹੈ। ਉਹਨਾਂ ਨੇ ਮੇਰੇ ਵਾਲ ਸਾਹਿਬ ਨੂੰ ਕਿਹਾ ਸਾਡੇ ਕੋਲ ਲਵੋ ਪਾਣੀ ਮੁੱਲ ਰੁਪਇਆ ਦੇ ਦਿਆ ਜੇ ਤੁਸੀਂ ਸਾਨੂੰ ਮੁੰਜੀਆਂ ਦਾ ਪਾਣੀ, ਠੀਕ ਹੈ। ਉਹਨਾਂ ਲਾਈਆਂ ਸਨ ਸੋਲਰ ਪਲੇਟਾਂ, ਠੀਕ ਹੈ। ਮੇਰੇ ਵਾਲ ਸਾਹਿਬ ਨੇ ਪਾਣੀ ਲੈਣ ਤੋਂ ਕਰ ਦਿੱਤਾ ਨਕਾਰ। ਉਹਨੇ ਕਿਹਾ ਮੈਂ ਪਾਣੀ ਕੀ ਕਰਨਾ, ਮੇਰੇ ਕੋਲ ਆਪਣਾ ਮੀਟਰ ਲੱਗਾ ਹੈ, ਠੀਕ ਹੈ। ਉਦੋਂ ਬਾਅਦ ਮੈਂ ਤੇ ਭਾਈ ਸਲਮਾਨ ਪਾਣੀ ਲਾ ਕੇ ਆਏ ਹਾਂ ਪੈਲੀ। ਅਸੀਂ 4 ਵਜੇ ਨਾਲ ਅਸੀਂ ਘਰ ਆਏ ਹਾਂ, ਸਵੇਰੇ ਗਏ ਹਾਂ ਤੇ ਵੇਖਿਆ ਜਾ ਕੇ ਪੈਲੀ ਖਾਲੀ ਪਈ ਹੈ। ਇਹਨਾਂ ਸਾਰਾ ਪਾਣੀ ਬਾਹਰ ਕੱਢ ਦਿੱਤਾ, ਠੀਕ ਹੈ। ਇਹ ਵਜ੍ਹਾ ਤੋਂ ਕੱਢ ਦਿੱਤਾ ਸਾਡੇ ਕੋਲ ਪਾਣੀ ਇਹਨਾਂ ਮੁੱਲ ਨਹੀਂ ਲਿਆ, ਠੀਕ ਹੈ। ਫਿਰ ਮੇਰੇ ਵਾਲਦ ਸਾਹਿਬ ਜਾ ਰਹੇ ਸਨ ਮਸ਼ੀਨ ਦਾ ਸਮਾਨ ਲੈਣ, ਨਾਲੇ ਕਹਿ ਰਹੇ ਸਨ ਪੈਲੀ ਤੋਂ ਚੱਕਰ ਲਗਾਈ ਜਾਂਦਾ ਮੈਂ ਤੇ ਵੇਖ ਲੈਣਾ। ਜਾਣਦੇ ਸਨ ਤੇ ਉਹਨਾਂ ਡੱਕ ਕੇ ਨਾ ਉਹ ਵੀ ਕਿਤੇ ਉੱਥੇ ਬੈਠੇ ਸਨ, 4-5 ਲੋਕ ਸਨ। ਉਹਨਾਂ ਡੱਕ ਕੇ ਨਾ ਮੇਰੇ ਵਾਲਦ ਸਾਹਿਬ ਨੂੰ ਮਾਰਿਆ, ਠੀਕ ਹੈ। ਮੋਟਰਸਾਈਕਲ ਵੀ ਖੋਲੀ ਸੀ, ਠੀਕ ਹੈ। ਸੋ ਫਿਰ ਆਣ ਕੇ ਮੋਟਰਸਾਈਕਲ ਜਦੋਂ ਦੇ ਗਏ ਸਨ ਤੇ ਵਾਲਦ ਸਾਹਿਬ ਨੂੰ ਮਾਰੇ, ਉਹਨਾਂ ਕੰਨ ਦਾ ਪਰਦਾ ਪਾੜ ਦਿੱਤਾ ਸੀ, ਠੀਕ ਹੈ। ਅਸੀਂ ਵੀ ਫਿਰ ਵੀ ਕੋਈ ਐਕਸ਼ਨ ਨਹੀਂ ਲਿਆ ਕਿਉਂਕਿ ਅਸੀਂ ਲੜਾਈ ਵਾਲੇ ਬੰਦੇ ਨਹੀਂ ਹੈ। ਵਾਲਿਦ ਸਾਹਿਬ ਨੂੰ ਮਾਰਿਆ, ਵਾਲਿਦ ਸਾਹਿਬ ਦੇ ਕੰਨ ਦਾ ਪਰਦਾ ਵੀ ਪਾੜ ਦਿੱਤਾ ਹੈ, ਫਿਰ ਵੀ ਤੁਸੀਂ ਪੁਲਿਸ ਦੀ ਤਰਫ ਡਰਦੇ ਮਾਰੇ ਨਹੀਂ ਗਏ? ਅਸੀਂ ਨਹੀਂ ਗਏ ਕਿਉਂਕਿ ਅਸੀਂ ਲੜਾਈ ਵਾਲੇ ਬੰਦੇ ਨਹੀਂ ਸੀ ਹੈ, ਠੀਕ ਹੈ। ਤੇ ਫਿਰ ਉਦੋਂ ਬਾਅਦ ਅਸੀਂ ਫਿਰ ਵੀ ਕਹਿੰਦੇ ਰਹੇ ਹਾਂ ਸੁਲ੍ਹਾ ਹੋਈਏ ਬਿਹਤਰ ਹੀ ਹੈ, ਠੀਕ ਹੈ। ਉਹ ਫਿਰ ਵੀ ਵਾਲਦ ਸਾਹਿਬ ਕਹਿੰਦੇ ਸਨ ਤੁਹਾਡੇ ਕੋਲ ਪਾਣੀ ਅਸੀਂ ਪੈਸੇ ਲੈ ਲੈਣੇ ਤੁਹਾਡੇ ਕੋਲ, ਤੁਸੀਂ ਪਾਣੀ ਭਾਵੇਂ ਲਵੋ ਨਾ ਲਵੋ, ਅਸੀਂ ਤੁਹਾਡੇ ਕੋਲ 60,000 ਰੁਪਇਆ ਲੈ ਲੈਣਾ, ਠੀਕ ਹੈ। ਉਹਨਾਂ 1-2 ਵਾਰੀ ਫਿਰ ਮਾਰਿਆ, ਠੀਕ ਹੈ। ਫਿਰ ਉਦੋਂ ਬਾਅਦ ਅਸੀਂ ਕੀ ਲੜਾਈ ਦਾ ਕੋਈ ਫਾਇਦਾ ਹੀ ਕੋਈ ਨਹੀਂ ਤੇ ਨਾ ਹੀ ਇਹਨੇ ਜੋਗੇ ਹੈ ਵਾ ਕਿਉਂਕਿ ਉਹ ਜੱਟ ਨੇ, ਅਸੀਂ ਮਸੀਹ ਆ, ਪਿੰਡ ਵਿੱਚ ਸਹੀ ਕਿਹਾ ਜਾਂਦਾ, ਠੀਕ ਹੈ। ਤੇ ਅਸੀਂ ਲੜਾਈ ਇਹਨੇ ਜੋਗੇ ਨਹੀਂ ਹੈ ਕਿਉਂਕਿ ਉਹ ਸਾਡੇ ਨਾਲ ਜੱਟ ਜ਼ਿਮੀਂਦਾਰ ਪਿੰਡਾਂ ਵਿੱਚ ਬੜੇ ਜਿਹੇ ਨਾ ਉੱਚੇ ਬੰਦੇ ਕਹਿਲਾਏ ਜਾਂਦੇ ਨੇ, ਠੀਕ ਹੈ। ਉਦੋਂ ਬਾਅਦ ਮੇਰੇ ਭਾਈ ਚਾਂਦ ਸਾਹਿਬ ਇਹ ਕਟਾਈ ਕਰਨ ਗਏ ਨੇ, ਉਹ ਆਏ ਨੇ, ਆਉਂਦਿਆਂ ਸਾਰੀਆਂ ਫਾਇਰਿੰਗ ਖੋਲ ਦਿੱਤੀ ਇਹਦੇ 'ਤੇ, ਠੀਕ ਹੈ। ਮੈਂ ਦਾਤਰੀਆਂ ਲੈ ਕੇ ਜਾਣਾ ਸੀ ਕਿਉਂਕਿ ਸਾਈਡਾਂ ਦੇ ਬੰਨੇ ਜੇ ਰਹਿ ਜਾਂਦੇ ਨਾ, ਸੁਲ੍ਹਾ ਹੋਈਏ ਬਿਹਤਰ ਹੀ ਹੈ, ਠੀਕ ਹੈ। ਉਹ ਫਿਰ ਵੀ ਵਾਲਦ ਸਾਹਿਬ ਕਹਿੰਦੇ ਸਨ ਤੁਹਾਡੇ ਕੋਲ ਪਾਣੀ ਅਸੀਂ ਪੈਸੇ ਲੈ ਲੈਣੇ ਤੁਹਾਡੇ ਕੋਲ, ਤੁਸੀਂ ਪਾਣੀ ਭਾਵੇਂ ਲਵੋ ਨਾ ਲਵੋ, ਅਸੀਂ ਤੁਹਾਡੇ ਕੋਲ 60,000 ਰੁਪਇਆ ਲੈ ਲੈਣਾ, ਠੀਕ ਹੈ। ਉਹਨਾਂ 1-2 ਵਾਰੀ ਫਿਰ ਮਾਰਿਆ, ਠੀਕ ਹੈ। ਫਿਰ ਉਦੋਂ ਬਾਅਦ ਕੀ ਲੜਾਈ ਦਾ ਕੋਈ ਫਾਇਦਾ ਹੀ ਕੋਈ ਨਹੀਂ ਤੇ ਨਾ ਹੀ ਇਹਨੇ ਜੋਗੇ ਹੈ ਵਾ ਕਿਉਂਕਿ ਉਹ ਜੱਟ ਨੇ, ਅਸੀਂ ਮਸੀਹ ਆ, ਪਿੰਡ ਵਿੱਚ ਸਹੀ ਕਿਹਾ ਜਾਂਦਾ, ਠੀਕ ਹੈ। ਤੇ ਅਸੀਂ ਲੜਾਈ ਇਹਨੇ ਜੋਗੇ ਨਹੀਂ ਹੈ ਕਿਉਂਕਿ ਉਹ ਸਾਡੇ ਨਾਲ ਜੱਟ ਜ਼ਿਮੀਂਦਾਰ ਪਿੰਡਾਂ ਵਿੱਚ ਬੜੇ ਜਿਹੇ ਨਾ ਉੱਚੇ ਬੰਦੇ ਕਹਿਲਾਏ ਜਾਂਦੇ ਨੇ, ਠੀਕ ਹੈ। ਉਦੋਂ ਬਾਅਦ ਮੇਰੇ ਭਾਈ ਚਾਂਦ ਸਾਹਿਬ ਇਹ ਕਟਾਈ ਕਰਨ ਗਏ ਨੇ, ਉਹ ਆਏ ਨੇ, ਆਉਂਦਿਆਂ ਸਾਰੀਆਂ ਫਾਇਰਿੰਗ ਖੋਲ ਦਿੱਤੀ ਇਹਦੇ 'ਤੇ, ਠੀਕ ਹੈ। ਤੇ ਅੱਗੋਂ ਤੁਸੀਂ ਇਹਨਾਂ ਨੂੰ ਪੁੱਛ ਲਓ ਕੀ ਉੱਥੇ ਵਕੂਆ ਹੋਇਆ, ਠੀਕ ਹੈ। ਮੈਂ ਉਦੋਂ ਉੱਥੇ ਨਹੀਂ ਸਾਂ, ਮੈਂ ਦਾਤਰੀਆਂ ਲੈ ਕੇ ਜਾਣਾ ਸੀ ਕਿਉਂਕਿ ਸਾਈਡਾਂ ਦੇ ਬੰਨੇ ਜੇ ਰਹਿ ਜਾਂਦੇ ਨਾ वो बढ़ने वास्ते तो ਤੁਹਾਨੂੰ ਉੱਥੋਂ ਦੀ ਇਹ ਦੱਸਣਗੇ। अच्छा दाऊद जी बताओ, आप समझते हो कि आप लोगों को मसीही होने के नाते इस गाँव में टारगेट किया गया? जी बिल्कुल। ਉਹ ਕਹਿੰਦੇ ਨੇ ਅਸੀਂ ਜੱਟ ਹੋ ਕੇ ਕਿੱਲਾ ਬੰਨ੍ਹਦੇ ਹਾਂ ਪਏ, ਤੁਸੀਂ ਸਾਈ ਹੋ ਕੇ 14-15 ਕਿੱਲੇ ਬੰਨ੍ਹਦੇ ਹੋ ਪਏ, ਕਾਰਾਂ 'ਤੇ ਘੁੰਮਦੇ ਪਏ, ਅਸੀਂ ਮੋਟਰਸਾਈਕਲਾਂ 'ਤੇ ਘੁੰਮਦੇ ਹਾਂ ਪਏ, ਠੀਕ ਹੈ। ਪਰ ਅਸੀਂ ਮਿਹਨਤ ਕੀਤੀ ਹੈ, ਅਸੀਂ ਮਿਹਨਤ ਕੀਤੀ ਹੈ ਭਾਈ ਨੇ, ठीक है। ਅਸੀਂ ਇਹ ਮੁਕਾਮ 'ਤੇ पहुँचे हैं। दाऊद, आप समझते हो कि जो आपने मेहनत की, आपके पास मशीनें हैं, अपनी गाड़ी है, अच्छा घर है, अच्छा रहन सहन है, तो ये चीज़ें उन लोगों को नहीं सिखा रही थी? जी जी ਸਦੀ ਸੂਰਤ ਸਾਨੂੰ ਮਾਰਿਆ ਗਿਆ ਹੈ, ਇਨਸਾਫ ਮਿਲੇ ਕਿਉਂਕਿ ਹੱਲੇ ਵੀ ਉਹਨਾਂ ਕੋਲ ਤਸਵੀਰਾਂ ਨੇ ਸਾਡੇ 3 ਲੋਕਾਂ ਦੀਆਂ। ਮੇਰੀ ਤਸਵੀਰ, ਮੇਰੇ ਵਾਲ ਸਾਹਿਬ ਦੇ ਭਾਈ ਦੀ ਤਸਵੀਰਾਂ ਨੇ, ਉਹਨਾਂ ਕੋਲ ਪਹਿਲੇ ਵੀ ਆਇਆ ਸਨ, ਠੀਕ ਹੈ। ਆਪਣੇ ਦਿਲੋਂ ਮਾਰ ਮੈਨੂੰ ਵੀ ਗਏ ਆ, ਪਰ ਮਾਰ ਉਹਨਾਂ ਤੋਂ ਡਾਢਾ ਬਚਾਉਣ ਵਾਲਾ, ਠੀਕ ਹੈ।
ਮੈਨੂੰ ਫੈਰ ਨਹੀਂ ਸੀ ਲੱਗਾ, ਕਿਸੇ ਹੋਰ ਨੂੰ ਲੱਗ ਗਿਆ ਸੀ। ਉਹ ਪਾਪੜ ਵੇਚਦਾ, ਪਾਪੜਾਂ ਵਾਲੇ ਨੂੰ ਫੈਰ ਲੱਗ ਗਿਆ ਸੀ। ਤੇ ਫਿਰ ਉਹ ਭਾਈ ਮੇਰੇ ਨੂੰ ਉੱਥੇ ਪੇਟ ਤੇ ਫੈਰ ਲੱਗਾ, ठीक है, अंदरों दुनिया में रह सके। आप समझते हैं कि आप भी जो 5 बाप बेटे हैं आपको भी उससे खतरा है? जी बिल्कुल, अभी उनके पास हमारी तस्वीरें हैं। जब फैर लगा ना, रात को फिर आए हमारे घर, आन के वो धमकी दे के गए हैं, अगर आप फिर पुलिस की तरफ गए ना फिर हम आपको मार देंगे। तो जो मुल्ज़मान हैं अभी तक पकड़े नहीं गए दाऊद, इसकी क्या वजूहात हो सकती है? ये तो SHO को पता है क्यों नहीं पकड़े उन्होंने। आज 29 तारीख का वाक़या है, ठीक है, आज कितने दिन हो गए हैं मुलज़िम नहीं पकड़े गए। उन्होंने कोई जो नौकर है ना वो पकड़े हुए हैं उन्होंने 2-3, तो हम पकड़े हैं, ये SHO ही बता सकता है। झूठियाँ तसलियाँ सानू देंदे ने पे जी फड़ सोनिया आशर आए सन ठीक है, सानू तसल्ली ले गए ने ਤੁਹਾਡੇ ਕੋਲ 24 ਘੰਟਿਆਂ ਟਾਈਮ ਹੀ ਮੁਲਜ਼ਮ ਫੜ ਕੇ ਤਨਗੇ। ਹੁਣ 4 ਦਿਨ ਹੋ ਗਏ ਨੇ ਤੇ ਹਲੇ ਤੱਕ ਕੋਈ ਮੁਲਜ਼ਮ ਨਹੀਂ ਫੜਿਆ ਗਿਆ ਹੈ, ਠੀਕ ਹੈ। ਤੇ ਵੇਖ ਸਕਦੇ ਹੋ ਤੁਸੀਂ ਆਪੀ ਵੇਖ ਲਓ, ਹਲੇ ਤੱਕ ਕੋਈ ਮੁਲਜ਼ਮ ਨਹੀਂ, ਪੱਠੇ ਪਾਣ ਵਾਲੇ ਨਾ ਫੜੇ ਨੇ। ਅੱਛਾ, ਪੱਠੇ ਪਾਣ ਵਾਲਿਆਂ ਨੂੰ ਲੈ ਗਏ ਨੇ ਤੇ ਮੇਨ ਮੁਲਜ਼ਮ ਜਿਹੜੇ ਨੇ? ਹਾਂਜੀ, ਮੇਨ ਮੁਲਜ਼ਮ ਜਿਹੜਾ ਨਾ ਅਬਦੁਲਮਾਨ ਤੇ ਯਕੂਬ ਉਰਫ ਹੁਣ ਸਾਈਂ ਕਿਗੜੀ ਕਹਿੰਦੇ ਨੇ ਬਹੁ ਚੱਕ ਦੇ, ਉਹ ਨਹੀਂ ਫੜੇ ਗਏ। ਪਤਾ ਨਹੀਂ ਕੀ ਗੱਲ ਕਿਉਂ SHO ਨਹੀਂ ਫੜਦਾ। ਅਬਦੁਲਰਹਿਮਾਨ, ਸਾਡੀ ਇਤਲਾਹ ਦੇ ਮੁਤਾਬਕ ਪਹਿਲੇ ਵੀ ਤੁਹਾਡੇ ਪਿੰਡ ਦੇ ਵਿੱਚ ਤੁਹਾਡੀ ਗਲੀ ਤੱਕ ਪਿੱਛਾ ਕਰਨ ਵਾਸਤੇ ਆਂਦਾ ਰਿਹਾ ਤੇ ਤੁਹਾਨੂੰ ਪਤਾ ਨਹੀਂ ਚੱਲਿਆ? ਸਾਨੂੰ ਕੀ ਪਤਾ, ਸਾਨੂੰ ਫੈਰ ਮਾਰ ਜਾਣਾ ਨੇ, ਪਰ ਲੋਕੀ ਸਾਨੂੰ ਦੱਸਦੇ ਰਹੇ ਨੇ ਪਿੰਡ ਵਿੱਚ, ਕਿਉਂਕਿ ਮਾਪੀ ਵੀ ਇਹਨੂੰ ਬੜੀ ਪਰ ਵਾਲਾ ਸਾਹਿਬ ਨੇ ਕਿਹਾ ਸੀ ਲੜਾਈ ਨਹੀਂ ਕਰਨੀ, ਆਉਂਦਾ ਤੇ ਆਉਂਦੇ ਹੋ, ਪਰ ਉਹ ਰਾਦੇ ਤੇ ਆਇਆ ਸੀ। ਵਾਲਾ ਸਾਹਿਬ ਸ਼ਾਦੀ ਤੇ ਗਏ ਸਨ, ਭਾਈ ਕਿਤੇ ਵਜ਼ੀਰਾਬਾਦ ਗਏ ਸਨ, ਕਿਤੇ ਦਿੱਤੇ ਹੀ आप समझते हैं कि अभी तक आपने जो काउंटर FIR नुकसान भी आपका हुआ, आप लोगों की ना करवाने की वजूहात यही थी कि आपको धमकाया जा रहा था? अभी हमें धमकियाँ मिल रही हैं। अभी भी धमकियाँ मिल जी नाजरीन, अभी भी धमकियाँ इन्हें मिल रही हैं। तो कुछ अर्सा पहले हमने एक वीडियो 2 महीने पहले की जिसमें हमने बताया काश के हुकूमत वक्त जाग जाती तो आज इतना बड़ा सानिया रुनमा ना होता। ये भाई जो हमारे साथ मौजूद हैं, ये वो मशीन चला रहे थे जब इन पर फायरिंग की गई है, इन्हीं से जानते हैं। बताइएगा, जब आप अपनी फसल की कटाई के लिए गए थे, आप पर फायरिंग क्यों हुई, क्या वजूहात थी? जी फायरिंग हुई मशीन पर, भेजा भी उन्होंने कहा हमें उन्होंने कहा जाकर अपनी फसल आप काट लें, आपकी आज शाम तक सुलह हम करवा देंगे, फसल अपनी ख़राब ना करें। हम मशीन जाकर उतारिया पहले में, उसने उसका लंबरदार था उसको गाँव, उसने कॉल किया जी फसल से बाहर मशीन निकाल लें, जो है ना लड़के पीछे सवोड़े पड़े हुए हैं मारने के लिए। 1 मिनट बाद लड़के पहुंच गए मशीन के ऊपर और दूरों से फायरिंग शुरू खोल दी है। उन्होंने ये नहीं देखा अंदर मशीन में कितने लोग बैठे हैं, कितना होगा, उन्होंने दोनों ही फायरिंग कर दी। हमारी किस्मत हम बच गए, नीचे छलंगों लगा दी। वो नुकसान हुआ आप लोगों का, तो आप लोगों ने FIR क्यों नहीं दर्ज की? ये भी नाज़रीन, वो धमकियाँ देते थे आप कानून की कार्रवाई करेंगे तो आपका जानी नुकसान किया जाएगा। तो आपने तो नहीं की, फिर भी आपका जानी? हमने कानूनी कार्रवाई कोई भी नहीं किया, फिर भी जानी नुकसान हमारा हुआ है। नाज़रीन, ये सुलेमान के भाई हैं। भाई, आप क्या कहना चाहते हैं तमाम देखने वालों को? इंसाफ हमें मिलना चाहिए हुकूमत से।